अगर मेरा AIP नहीं आया तो मेरी क्लासेस शुरू हो गई, सो व्हाट शुड आई डू? ਕਿਹੜੇ ਕਾਰਨ ਹੈ ਜਿਨ੍ਹਾਂ ਕਰਕੇ ਤੁਹਾਡਾ ਜਿਹੜਾ ਸਟੱਡੀ ਵੀਜ਼ਾ ਹੈਗਾ ਉਹ ਰਿਫਿਊਜ਼ ਹੋ ਸਕਦਾ ਹੈ? ਅਪ੍ਰੈਲ ਮੰਥ ਦੇ AIP ਦੀ ਐਪਲੀਕੇਸ਼ਨ ਦਿੱਤੀ ਹੋਈ ਹੈ, ਸਾਨੂੰ ਹਾਲੇ ਤੱਕ ਕੋਈ ਜਵਾਬ ਨਹੀਂ ਮਿਲਿਆ। AIP ਸਾਨੂੰ ਅਪਰੂਵਲ ਮਿਲ ਚੁੱਕਿਆ ਹੈ ਬਟ ਵੀ ਵਾਂਟ ਟੂ ਡੈਫਰ ਆਰ ਕੋਰਸ, ਵਾਟ ਸ਼ੁਡ ਵੀ ਡੂ? ਹੈਲੋ ਗਾਇਸ, ਸੋ ਟੁਡੇ ਇਨ ਦਿਸ ਵੀਡੀਓ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਜਿਹੜੀ ਤੁਹਾਡੀ ਬਹੁਤ ਸਾਰੀ ਇਨਕੁਆਇਰੀਜ਼ ਆ ਰਹੀਆਂ ਨੇ ਸਟੱਡੀ ਵੀਜ਼ਾ ਦੇ ਰਿਗਾਰਡਿੰਗ ਜਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਰਿਗਾਰਡਿੰਗ, ਤਾਂ ਉਹਨਾਂ ਜਿਹੜੇ ਤੁਹਾਡੇ ਕੁਐਸਚਨਸ ਆ ਉਹਨਾਂ ਸਾਰਿਆਂ ਨੂੰ ਮੈਂ ਅੱਜ ਆਨਸਰ ਕਰਨ ਜਾ ਰਿਹਾ। ਫਸਟ ਕੁਐਸਚਨ ਜਿਹੜਾ ਕਿ ਬਹੁਤ ਸਾਰੇ ਸਟੂਡੈਂਟਸ ਵੱਲੋਂ ਪੁੱਛਿਆ ਜਾਂਦਾ ਹੈ ਕਿ ਸਰ ਮੇਰਾ AIP ਆ ਗਿਆ ਹੈਗਾ ਬਟ ਸਟਿਲ ਮੈਂ ਕੈਨੇਡਾ ਜਾਣਾ ਚਾਹੁੰਦਾ, ਸੋ ਮੈਂ ਕਿਸ ਤਰ੍ਹਾਂ ਜਾ ਸਕਦਾ? ਕਿ ਮੇਰਾ ਵਾਈਫਾਈ ਜਿਹੜਾ ਇੰਟਰਨੈਟ ਸਪੀਡ ਜਿਹੜੀ ਹੈਗੀ ਉਹ ਘੱਟ ਹੈ, ਕੀ ਮੈਂ ਇਹ ਰੀਜ਼ਨ ਦੇ ਕੇ, ਇਹ ਐਸੈਂਸ਼ੀਅਲ ਰੀਜ਼ਨ ਦੇ ਕੇ ਕੈਨੇਡਾ ਜਾ ਸਕਦਾ? ਸਭ ਤੋਂ ਪਹਿਲੀ ਗੱਲ, ਇਹ ਰੀਜ਼ਨ ਬਹੁਤ ਹੀ ਛੋਟਾ ਰੀਜ਼ਨ ਹੈ। ਯੂ ਕੈਨ ਨਾਟ ਗੋ ਟੂ ਕੈਨੇਡਾ ਜਸਟ ਬਾਈ ਡਿਸਕ੍ਰਾਈਬਿੰਗ ਕਿ ਤੁਹਾਡੀ ਇੰਟਰਨੈਟ ਦੀ ਸਪੀਡ ਸਲੋ ਹੈ, ਠੀਕ ਹੈ। IRCC ਨੇ ਜਾਂ ਫਿਰ ਕੈਨੇਡਾ ਇਮੀਗ੍ਰੇਸ਼ਨ ਨੇ ਇਮੀਡੀਏਟਲੀ ਤੁਹਾਨੂੰ ਇਹ ਕਹਿ ਦੇਣਾ ਕਿ ਤੁਸੀਂ ਜਾ ਕੇ ਆਪਦਾ ਇੰਟਰਨੈਟ ਦੀ ਸਪੀਡ ਇਨਕਰੀਜ਼ ਕਰਵਾਓ, ਬੈਂਡਵਿਡਥ ਇਨਕਰੀਜ਼ ਕਰਵਾਓ, ਠੀਕ ਹੈ। ਉਸ ਤੋਂ ਇਲਾਵਾ ਜੇਕਰ ਤੁਹਾਡਾ DLI ਯਾਨੀ ਕਿ ਡੈਜ਼ਿਗਨੇਟਿਡ ਲਰਨਿੰਗ ਇੰਸਟੀਟਿਊਸ਼ਨ ਤੁਹਾਨੂੰ ਇਹ ਕਹਿੰਦਾ ਹੈਗਾ ਕਿ ਯੈਸ ਯੂ ਕੈਨ ਕਮ ਟੂ ਕੈਨੇਡਾ, ਉਹ ਵੀ ਰਿਟਨ ਦੇ ਵਿੱਚ, ਓਨਲੀ ਦੈਨ ਯੂ ਕੈਨ ਗੋ ਟੂ ਕੈਨੇਡਾ, ਅਦਰਵਾਈਜ਼ ਉਹ ਤੁਹਾਨੂੰ ਨਹੀਂ ਬੁਲਾ ਸਕਦੇ, ਉਹ ਤੁਹਾਨੂੰ ਨਹੀਂ ਦੇ ਸਕਦੇ ਰਿਟਨ ਦੇ ਵਿੱਚ। ਸਿਰਫ ਇੰਟਰਨੈਟ ਸਪੀਡ ਦਾ ਨਹੀਂ, ਕਈ ਹੋਰ ਕਾਰਨ ਵੀ ਹੋ ਸਕਦੇ ਆ। ਫੋਰ ਐਗਜ਼ਾਮਪਲ ਤੁਹਾਡਾ ਲੈਬ ਵਰਕ ਹੈਗਾ, ਇਸ ਲਈ ਤੁਹਾਨੂੰ ਉੱਥੇ ਜਾਣਾ ਹੈਗਾ, ਕੋਈ ਪ੍ਰੈਕਟੀਕਲ ਵਰਕ ਤੁਹਾਡੇ ਬਹੁਤ ਜ਼ਿਆਦਾ ਹੈਗੇ ਆ, ਠੀਕ ਹੈ। ਉਸ ਰਿਗਾਰਡਿੰਗ DLI ਕਹਿ ਸਕਦਾ ਕਿ ਹਾਂਜੀ ਸਾਨੂੰ ਸਟੂਡੈਂਟ ਪ੍ਰੈਜ਼ੈਂਟ ਚਾਹੀਦਾ ਹੈਗਾ ਕਲਾਸ ਦੇ ਵਿੱਚ, ਫਿਜ਼ੀਕਲ ਫੇਸ ਟੂ ਫੇਸ ਕਲਾਸ ਵਿੱਚ ਚਾਹੀਦਾ, ਓਨਲੀ ਦੈਨ you can go to Canada with just AIP। ਇਹ ਬਹਾਨਾ ਨਹੀਂ ਚੱਲਣਾ ਕਿ ਹਾਂਜੀ ਮੇਰੀ ਇੰਟਰਨੈਟ ਦੀ ਸਪੀਡ ਸਲੋ ਹੈ, ਕਦੇ ਵੀ ਨਹੀਂ। ਸੈਕੰਡ ਕੁਐਸਚਨ ਜਿਹੜਾ ਹੈਗਾ ਉਹ ਹੈਗਾ ਕਿ 2 ਸਟੇਜ ਪ੍ਰੋਸੈਸ ਜਿਹੜੀ ਹੈਗੀ ਆ ਉਹ ਵਿੰਟਰ 2021 ਤੱਕ ਹੈ, ਮਤਲਬ ਜੈਨ 2021 ਦਾ ਕੀ ਹੋ ਸਕਦਾ ਹੈਗਾ ਕਿ ਉਹ 2 ਸਟੇਜ ਪ੍ਰੋਸੈਸ ਰਹੇਗੀ? ਸੋ ਆਨਸਰ ਕੀ ਹੈ ਇਹਦਾ ਕਿ ਇਹ ਜਿਹੜਾ ਪ੍ਰੋਸੈਸ ਹੈ 2 ਸਟੈਪ ਪ੍ਰੋਸੈਸ, ਕਿ ਪਹਿਲਾਂ AIP ਆਏਗਾ, ਦੈਨ ਫਿਰ ਤੁਹਾਡਾ ਐਡਮਿਸਿਬਿਲਿਟੀ ਚੈੱਕ ਕੀਤੀ ਜਾਏਗੀ। ਇਹ ਪ੍ਰੈਕਟੀਕਲੀ ਸੈਪਟੈਂਬਰ 2020 ਤੱਕ ਹੀ ਹੈ। ਜਿੰਨੇ ਵੀ ਐਪਲੀਕੇਸ਼ਨਸ 15 ਤਰੀਕ ਤੱਕ, 15 ਸਤੰਬਰ ਤੱਕ ਲੱਗਣਗੇ, ਉਹਨਾਂ ਸਾਰਿਆਂ ਦੇ ਲਈ 2 ਸਟੈਪ ਵੀਜ਼ਾ ਪ੍ਰੋਸੈਸ ਚੱਲੇਗਾ, AIP ਦੈਨ ਐਡਮਿਸਿਬਿਲਿਟੀ। ਸੋ ਰਿਗਾਰਡਿੰਗ ਦ ਜਨਵਰੀ ਇਨਟੇਕ, ਜੈਨ ਇਨਟੇਕ ਦੇ ਲਈ ਹਾਲੇ ਤੱਕ ਕੋਈ ਵੀ ਇਹ ਗੱਲ ਸਪੈਸੀਫਾਈ ਨਹੀਂ ਕੀਤੀ ਗਈ ਕਿ ਕਿਹੜਾ ਪ੍ਰੋਸੈਸ ਚਲਾਇਆ ਜਾਏਗਾ, 2 ਸਟੈਪ ਪ੍ਰੋਸੈਸ ਜਾਂ ਫਿਰ ਜਿਸ ਤਰ੍ਹਾਂ ਪਹਿਲਾਂ ਚੱਲਦਾ ਸੀ। ਬਟ ਵਨ ਥਿੰਗ ਇਜ਼ ਵੈਰੀ ਕਲੀਅਰ ਕਿ ਜੇਕਰ ਵੀਜ਼ਾ ਐਪਲੀਕੇਸ਼ਨ ਸੈਂਟਰਸ ਓਪਨ ਹੁੰਦੇ ਆ ਦੈਨ the normal procedure would be followed। next thing is ਕਿ ਕਿਹੜੇ ਟੈਸਟ ਦੇ ਕੇ ਤੁਸੀਂ ਕੈਨੇਡਾ ਜਾ ਸਕਦੇ ਹੋ, ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹੋ, ਠੀਕ ਹੈ। ਬਹੁਤ ਸਾਰੇ ਸਟੂਡੈਂਟ ਕਹਿ ਰਹੇ ਆ ਸਰ ਡੂਓਲਿੰਗੋ ਕਰਵਾ ਦਿਓ, ਸਰ ਡੂਓਲਿੰਗੋ ਬਾਰੇ ਦੱਸ ਦਿਓ, ਸਰ ਕੀ ਅਸੀਂ ਆਇਲਟਸ ਇੰਡੀਕੇਟਰ ਦੇ ਕੇ ਜਾ ਸਕਦੇ ਹਾਂ? ਆਨਸਰ ਇਜ਼ no। IRCC ਕੈਨੇਡਾ ਇਮੀਗ੍ਰੇਸ਼ਨ ਜਾਂ ਕੈਨੇਡੀਅਨ ਗਵਰਨਮੈਂਟ ਨੇ ਸਿਰਫ ਥੋੜੇ ਜਿਹੇ ਬਹੁਤ ਸਿਲੈਕਟਡ ਐਗਜ਼ਾਮਸ ਜਿਹੜੇ ਹੈਗੇ ਉਹ ਤੁਹਾਨੂੰ ਦਿੱਤੇ ਆ, ਉਹੀ ਤੁਸੀਂ ਫੋਲੋ ਕਰਨੇ ਆ। one is IELTS, second is TOEFL, third one is PTE ਜਾਂ TCF ਜਾਂ TEF, ਠੀਕ ਹੈ। ਸਿਰਫ ਇਹਨਾਂ 5 ਟੈਸਟ ਦੇ ਵਿੱਚ ਹੀ ਤੁਸੀਂ ਐਗਜ਼ਾਮ ਜੇਕਰ ਦਿੰਨੇ ਹੋ, only then you can hope for you can get the student ਜਾਂ ਸਟੱਡੀ ਵੀਜ਼ਾ। ਜੇ ਤੁਸੀਂ ਡੂਓਲਿੰਗੋ ਦਿੰਦੇ ਹੋ, ਆਇਲਟਸ ਇੰਡੀਕੇਟਰ ਟੈਸਟ ਦਿੰਦੇ ਹੋ, ਤਾਂ IRCC ਨੇ ਉਹ ਬਿਲਕੁਲ ਵੀ ਤੁਹਾਡੇ ਲੈਂਗੁਏਜ ਰਿਕੁਆਇਰਮੈਂਟਸ ਕੰਪਲੀਟ ਦਾ ਸਰਟੀਫਿਕੇਟ ਨਹੀਂ ਮੰਨਣਾ। ਚਾਹੇ ਤੁਹਾਡਾ DLI ਜਿਹੜਾ ਹੈਗਾ ਉਹ ਅਪਰੂਵ ਕਰ ਰਿਹਾ, ਪਰ ਉਹ ਫਿਰ ਵੀ ਤੁਹਾਨੂੰ ਵੀਜ਼ਾ ਦੇ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਬਿਕਾਜ਼ IRCC ਸਿਰਫ ਆਇਲਟਸ, PTE, TOEFL, TCF ਤੇ TEF ਇਹਨਾਂ ਨੂੰ ਹੀ ਅਪਰੂਵ ਕਰਦਾ ਹੈ, ਡੂਓਲਿੰਗੋ ਤੇ ਆਇਲਟਸ ਇੰਡੀਕੇਟਰ ਨੂੰ ਅਸੈਪਟ ਨਹੀਂ ਕਰਦਾ। ਕੁਝ ਦਿਨ ਪਹਿਲਾਂ IRCC ਨੇ ਇੱਕ ਟਵੀਟ ਵੀ ਪਾਇਆ ਸੀ ਉਹਦੇ ਟਵਿੱਟਰ ਹੈਂਡਲ ਦੇ ਉੱਪਰ, ਜਿਹੜਾ ਕਿ ਤੁਸੀਂ ਇੱਥੇ ਦੇਖ ਸਕਦੇ ਹੋ, Canadian government never accepts the Duolingo test। So once again I am telling you, do not go for Duolingo test or IELTS indicator test। You can go for pen and paper or computer delivered IELTS, PTE or TOEFL। then ਇੱਕ ਹੋਰ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਸਰ ਸਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ ਜਾਂ ਫਿਰ ਸਾਡੇ ਕੋਲ ਡਾਕੂਮੈਂਟਸ ਉਹਦੇ ਵਿੱਚ ਥੋੜੇ ਦਿਨ ਲੱਗ ਜਾਣਗੇ ਤੇ 15 ਸਤੰਬਰ ਦੀ ਜਿਹੜੀ ਡੇਟ ਆ ਉਹ ਨਿਕਲ ਜਾਏਗੀ, ਤਾਂ ਫਿਰ ਅਸੀਂ ਕੀ ਕਰੀਏ? ਦ ਥਿੰਗ ਇਜ਼ ਤੁਸੀਂ ਅਪਲਾਈ ਕਰ ਦਿਓ। IRCC ਨੇ ਕਲੀਅਰ ਕਰ ਦਿੱਤਾ ਹੈਗਾ ਕਿ ਤੁਸੀਂ ਅਪਲਾਈ ਕਰ ਸਕਦੇ ਹੋ,
ਤੁਹਾਡਾ ਜਿਹੜਾ ਪੂਰੇ ਦਾ ਪੂਰਾ ਪ੍ਰੋਸੈਸ ਆ ਉਹ ਉਦੋਂ ਹੀ ਕੰਸੀਡਰ ਕੀਤਾ ਜਾਏਗਾ ਜਦੋਂ ਤੁਸੀਂ ਬਾਕੀ ਦੇ ਡਾਕੂਮੈਂਟਸ ਦਿਓਗੇ, ਜਿਹੜੇ ਜਿਵੇਂ ਕਿ ਪੀਸੀਸੀ ਹੋ ਗਿਆ ਜਾਂ ਫਿਰ ਮੈਡੀਕਲ ਐਗਜ਼ਾਮ ਹੋ ਗਿਆ, ਬਾਇਓਮੈਟ੍ਰਿਕ ਹੋ ਗਿਆ। ਇਹ ਤਿੰਨੇ ਜਦੋਂ ਹੋਣਗੇ ਉਸ ਤੋਂ ਬਾਅਦ ਹੀ ਤੁਹਾਨੂੰ ਸਟੱਡੀ ਵੀਜ਼ਾ ਦਿੱਤਾ ਜਾਏਗਾ। ਠੀਕ ਹੈ, AIP ਦੀ ਰਿਫਿਊਜ਼ਲ ਨਹੀਂ ਆਉਣੀ ਹੈ ਇਸ ਵਾਰੀ, ਬਹੁਤ ਘੱਟ ਚਾਂਸ ਹੈ ਕਿ AIP ਦੀ ਰਿਫਿਊਜ਼ਲ ਆਏਗੀ। ਨੈਕਸਟ ਕੁਐਸਚਨ ਪੁੱਛਿਆ ਜਾਂਦਾ ਹੈਗਾ ਕਿ AIP ਦੇ ਕਦੋਂ ਆਏਗੀ, ਕਿਵੇਂ ਆਏਗੀ, ਸਾਨੂੰ ਪਤਾ ਨਹੀਂ ਇਸ ਚੀਜ਼ ਬਾਰੇ, ਸਾਨੂੰ ਕਿੱਥੋਂ ਪਤਾ ਲੱਗੇਗਾ? ਜਿਹੜਾ ਤੁਹਾਡਾ ਅਕਾਊਂਟ ਹੈਗਾ ਆਨਲਾਈਨ ਅਕਾਊਂਟ, ਉਹਦੇ ਵਿੱਚ ਹੀ ਤੁਹਾਨੂੰ ਵਾਇਆ ਮੇਲ AIP ਆਏਗੀ, ਜਾਂ ਫਿਰ ਜਿਹੜਾ MyCIC ਅਕਾਊਂਟ ਤੁਹਾਡਾ ਬਣਦਾ ਹੁੰਦਾ IRCC ਦੀ ਵੈਬਸਾਈਟ ਦੇ ਉੱਪਰ, ਉਹਦੇ ਵਿੱਚ ਤੁਹਾਡੀ ਜਿਹੜਾ AIP ਆ ਉਹ ਆਏਗੀ। ਜੇਕਰ ਤੁਸੀਂ ਆਪਦੇ ਕੰਸਲਟੈਂਟ ਦੀ ਮੇਲ ਦਿੱਤੀ ਹੈ ਤਾਂ ਫਿਰ ਕੰਸਲਟੈਂਟ ਦੇ ਕੋਲ ਆਏਗੀ। ਸੋ ਗੋ ਐਂਡ ਚੈੱਕ ਦੈਟ ਆਊਟ। ਕਈ ਸਟੂਡੈਂਟ ਮੈਨੂੰ ਪੁੱਛ ਰਹੇ ਸੀ, ਸਰ ਸਾਨੂੰ ਲਗਾਏ ਨੂੰ ਬਹੁਤ ਟਾਈਮ ਹੋ ਗਿਆ, ਮਾਰਚ ਮੰਥ ਦੇ ਜਾਂ ਅਪ੍ਰੈਲ ਮੰਥ ਦੇ ਅਸੀਂ ਵੀਜ਼ਾ ਦੀ ਐਪਲੀਕੇਸ਼ਨ ਦਿੱਤੀ ਹੋਈ ਆ ਜਾਂ AIP ਦੀ ਐਪਲੀਕੇਸ਼ਨ ਦਿੱਤੀ ਹੋਈ ਆ, ਸਾਨੂੰ ਹਾਲੇ ਤੱਕ ਕੋਈ ਜਵਾਬ ਨਹੀਂ ਮਿਲਿਆ, ਤਾਂ ਉਹ ਕੀ ਕਰਨ? ਤਾਂ IRCC ਨੇ ਇਹ ਚੀਜ਼ ਕਨਫਰਮ ਕੀਤੀ ਹੈ ਕਿ ਜਿਨ੍ਹਾਂ ਨੂੰ ਬਹੁਤ ਲੰਬਾ ਸਮਾਂ ਹੋ ਚੁੱਕਿਆ, ਕੋਈ ਰਿਸਪੌਂਸ ਨਹੀਂ ਮਿਲਿਆ, ਨਾ ਅਸੈਪਟੈਂਸ ਦਾ ਨਾ ਰਿਫਿਊਜ਼ਲ ਦਾ, ਸੋ ਦੋਜ਼ ਪੀਪਲ ਕੈਨ ਕੰਸਲਟ ਵਿਦ ਦਾ IRCC, ਠੀਕ ਹੈ, ਐਂਡ ਐਮਬੈਸੀ। ਇਹਨਾਂ ਦੋਵਾਂ ਨਾਲ ਤੁਸੀਂ ਕੰਸਲਟ ਕਰੋ ਆਪਦੇ ਕੰਸਲਟੈਂਟ ਦੇ ਥਰੂ। ਜੇ ਤੁਸੀਂ ਆਪਦੀ ਖੁਦ ਫਾਈਲ ਲਗਾਈ ਹੈ ਦੈਨ ਯੂ ਸ਼ੁਡ ਕੰਸਲਟ ਵਿਦ ਦੈਮ। ਨੈਕਸਟ ਕੁਐਸਚਨ ਹੈ ਕਿ AIP ਮਿਲਣ ਤੋਂ ਬਾਅਦ ਕੀ ਮੈਨੂੰ ਸਟੱਡੀ ਵੀਜ਼ਾ ਮਿਲ ਜਾਏਗਾ ਜੇਕਰ ਮੈਂ ਆਪਦਾ PCC ਤੇ ਬਾਇਓਮੈਟ੍ਰਿਕ ਤੇ ਮੈਡੀਕਲ ਐਗਜ਼ਾਮ ਦੇਣਾ ਹੈਗਾ? ਤੇ ਕੈਨੇਡੀਅਨ ਗਵਰਨਮੈਂਟ ਨੇ ਇਹ ਚੀਜ਼ ਕਲੀਅਰ ਕੀਤੀ ਹੈ ਕਿ ਸਟੱਡੀ ਵੀਜ਼ਾ ਤਾਂ ਹੀ ਮਿਲੇਗਾ ਜੇਕਰ ਤੁਸੀਂ ਐਡਮਿਸਿਬਲ ਹੋਵੋਗੇ ਕੈਨੇਡਾ ਦੇ ਵਿੱਚ। ਸਟਿਲ AIP ਮਿਲਣ ਤੋਂ ਬਾਅਦ ਤੁਹਾਡਾ ਸਟੱਡੀ ਵੀਜ਼ਾ ਰਿਫਿਊਜ਼ ਹੋ ਸਕਦਾ, ਉਹਦੇ ਬਹੁਤ ਸਾਰੇ ਕਾਰਨ ਹੋ ਸਕਦੇ ਆ। ਠੀਕ ਹੈ, ਤੁਹਾਡੇ ਡਾਕੂਮੈਂਟਸ ਗਲਤ ਹੋ ਸਕਦੇ ਆ ਜਾਂ ਫਿਰ ਕੋਈ ਹੋਰ ਚੀਜ਼ ਹੋ ਸਕਦੀ ਹੈ, ਮੈਡੀਕਲ ਦੇ ਵਿੱਚ ਤੁਹਾਡੇ ਜਿਹੜੇ ਪੁਆਇੰਟਸ ਬਣਦੇ ਆ ਜਾਂ ਫਿਰ ਅਪਰੂਵਲ ਮਿਲਦਾ ਹੁੰਦਾ ਉਹ ਘੱਟ ਹੋ ਸਕਦਾ ਹੈਗਾ। ਸਟੱਡੀ ਵੀਜ਼ਾ is not guaranteed if you get the AIP। ਜੇਕਰ ਤੁਹਾਡਾ ਫਰਸਟ ਸਟੇਜ ਅਪਰੂਵ ਹੋ ਚੁੱਕਿਆ ਹੈ, ਇਟ ਡਸਨਟ ਮੀਨ ਕਿ ਤੁਹਾਨੂੰ ਸੈਕੰਡ ਸਟੇਜ ਦੇ ਵਿੱਚ ਵੀ ਤੁਹਾਡਾ ਅਪਰੂਵਲ ਆਏਗਾ। ਹਾਂ, ਬਹੁਤ ਚਾਂਸਸ ਇਹੀ ਹੈ ਸਟੂਡੈਂਟਸ ਦੇ ਕਿ ਅਪਰੂਵਲ ਆਏਗਾ, ਬਟ ਸਟਿਲ ਥੋੜੇ ਜਿਹੀ ਪਰਸੈਂਟੇਜ ਹੋਊਗੀ ਜਿਨ੍ਹਾਂ ਦਾ ਅਪਰੂਵਲ ਨਹੀਂ ਆਏਗਾ ਡਿਊ ਟੂ ਅ ਲੋਟ ਆਫ ਰੀਜ਼ਨਸ। ਤੇ ਐਸੇ ਕੁਐਸਚਨ ਤੋਂ ਬਾਅਦ ਇੱਕ ਹੋਰ ਕੁਐਸਚਨ ਉੱਠਦਾ ਹੈਗਾ ਕਿ ਸੈਕੰਡ ਸਟੇਜ ਦੇ ਵਿੱਚ ਕਿਹੜੇ ਕਾਰਨ ਹੈ ਜਿਨ੍ਹਾਂ ਕਰਕੇ ਤੁਹਾਡਾ ਜਿਹੜਾ ਸਟੱਡੀ ਵੀਜ਼ਾ ਹੈਗਾ ਉਹ ਰਿਫਿਊਜ਼ ਹੋ ਸਕਦਾ ਹੈ? ਸੋ ਫਸਟ ਆਫ ਆਲ ਇਹੀ ਹੈ ਕਿ ਤੁਹਾਡਾ ਜਿਹੜਾ PCC ਹੈ, ਪੁਲਿਸ ਕਲੀਅਰੈਂਸ ਸਰਟੀਫਿਕੇਟ, ਜੇਕਰ ਉਹਦੇ ਵਿੱਚ ਪੁਲਿਸ ਤੁਹਾਨੂੰ ਕਲੀਅਰ ਨਹੀਂ ਕਰਦੀ, ਠੀਕ ਹੈ, ਤਾਂ ਤੁਸੀਂ ਪਹਿਲਾਂ ਕੋਈ ਕ੍ਰਾਈਮ ਜਾਂ ਕਿਸੇ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਸੀਗੇ ਜਾਂ ਫਿਰ ਤੁਹਾਨੂੰ ਪਹਿਲਾਂ ਕਦੇ ਅਰੈਸਟ ਕੀਤਾ ਗਿਆ ਸੀ ਫੋਰ ਵੇਰੀਅਸ ਚਾਰजेस ਤੇ ਉਹ ਹਾਲੇ ਤੱਕ ਕਲੀਅਰ ਨਹੀਂ ਹੋਏ, ਉਹਦੇ ਕਰਕੇ ਵੀ ਤੁਹਾਡਾ ਸਟੱਡੀ ਵੀਜ਼ਾ ਰਿਫਿਊਜ਼ ਹੋ ਸਕਦਾ ਹੈ। ਦੈਨ ਕਮਸ ਯੂਰ ਮੈਡੀਕਲ। ਠੀਕ ਹੈ, ਮੈਡੀਕਲ ਇਨਐਡਮਿਸਿਬਿਲਿਟੀ ਦੇ ਵਿੱਚ ਜੇਕਰ ਮੈਡੀਕਲ ਬੋਰਡ ਵੱਲੋਂ ਤੁਹਾਨੂੰ ਕੋਈ ਇਹ ਕਿਹਾ ਜਾਂਦਾ ਹੈ ਕਿ ਤੁਹਾਡੇ ਅੰਦਰ ਕੋਈ ਬਿਮਾਰੀ ਹੈ, ਫੋਰ ਐਗਜ਼ਾਮਪਲ TB ਹੈ ਜਾਂ ਕੈਂਸਰ ਹੈ ਜਾਂ ਫਿਰ ਡਾਇਬਟੀਜ਼ ਹੈ, ਮਤਲਬ ਜਿਹਦੇ ਪਰ ਖਰਚਾ ਕਾਫੀ ਹੁੰਦਾ ਹੈ, ਤਾਂ ਉਸ ਬੇਸਿਸ ਦੇ ਉੱਪਰ ਵੀ ਕੈਨੇਡੀਅਨ ਗਵਰਨਮੈਂਟ ਤੁਹਾਡਾ ਸਟੱਡੀ ਵੀਜ਼ਾ ਰਿਫਿਊਜ਼ ਕਰ ਸਕਦੀ ਹੈ। ਕਿ ਇਹ ਬਹੁਤ ਘੱਟ ਪਰਸੈਂਟੇਜ ਹੁੰਦੀ ਹੈ, ਬਟ ਸਟਿਲ ਮਾਈਨਰ ਪਰਸੈਂਟੇਜ ਇਜ਼ ਅ ਸਿਗਨੀਫੀਕੈਂਟ ਵਨ ਫॉर ਅ ਸਿੰਗਲ ਪਰਸਨ। ਐਂਡ ਅਨਦਰ ਰੀਜ਼ਨ ਇਜ਼ ਜੇਕਰ ਤੁਸੀਂ ਆਪਦੇ ਪਿਛਲੇ 10 ਸਾਲ ਦੀ ਹਿਸਟਰੀ ਨਹੀਂ ਦੱਸਦੇ ਕਿ ਤੁਸੀਂ ਕੀ ਕੀਤਾ ਸੀਗਾ ਜਾਂ ਉਹਦੇ ਵਿੱਚ ਥੋੜੀ ਗੜਬੜੀ ਕਰਦੇ ਹੋ, ਤਾਂ ਵੀ ਤੁਹਾਡਾ ਸਟੱਡੀ ਵੀਜ਼ਾ ਰਿਫਿਊਜ਼ ਹੋ ਸਕਦਾ ਹੈ। ਐਂਡ ਦੈਨ ਕਮਸ ਯੂਰ ਇਨऑਥੈਂਟਿਕੇਟਿਡ ਡਾਕੂਮੈਂਟਸ। ਜੇਕਰ ਤੁਹਾਡੇ ਡਾਕੂਮੈਂਟਸ ਦੇ ਵਿੱਚ ਕੋਈ ਗੜਬੜ ਪਾਈ ਜਾਂਦੀ ਹੈ, ਤੁਸੀਂ ਫੇਕ ਡਾਕੂਮੈਂਟਸ ਲਗਾ ਕੇ ਸਟੱਡੀ ਵੀਜ਼ਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹੋ, ਤਾਂ ਵੀ ਤੁਹਾਡਾ ਜਿਹੜਾ ਸਟੱਡੀ ਵੀਜ਼ਾ ਹੈਗਾ ਉਹ ਰਿਫਿਊਜ਼ ਹੋ ਸਕਦਾ ਹੈ। ਠੀਕ ਹੈ, ਨੈਕਸਟ ਕਮਸ ਕਿ ਜੇਕਰ ਮੇਰਾ AIP ਨਹੀਂ ਆਇਆ ਤੇ ਮੇਰੀ ਕਲਾਸਿਸ ਸ਼ੁਰੂ ਹੋ ਗਈਆਂ, ਸੋ ਵਾਟ ਸ਼ੁਡ ਆਈ ਡੂ? ਫਸਟ ਆਫ ਆਲ ਆਪਦੇ DLI ਨਾਲ ਇੱਕ ਵਾਰੀ ਕੰਸਲਟ ਕਰ ਲਓ। ਠੀਕ ਹੈ, ਮੇਰੀ ਪਰਸਨਲ ਪ੍ਰੈਫਰੈਂਸ ਹੈ ਕਿ ਤੁਸੀਂ DLI ਪਲੱਸ ਐਮਬੈਸੀ ਦੋਵਾਂ ਨੂੰ ਕੰਸਲਟ ਕਰੋ ਕਿ ਮੇਰਾ ਹਾਲੇ ਤੱਕ AIP ਨਹੀਂ ਆਇਆ ਐਂਡ ਵਾਟ ਸ਼ੁਡ ਆਈ ਡੂ। ਐਂਡ ਦ ਥਿੰਗ IRCC recommended is ਕਿ ਤੁਸੀਂ ਇਹਦੀ ਕਲਾਸਿਸ ਸ਼ੁਰੂ ਕਰ ਸਕਦੇ ਹੋ। ਠੀਕ ਹੈ, ਜੇਕਰ ਤੁਹਾਡਾ AIP ਕਲਾਸਿਸ ਸ਼ੁਰੂ ਹੋਣ ਤੋਂ ਬਾਅਦ ਵਿੱਚ ਵੀ ਹੁੰਦਾ ਹੈਗਾ ਤਾਂ ਉਹ ਜਿਹੜਾ ਟਾਈਮ ਆ, ਟੋਟਲ ਟਾਈਮ, ਉਹ ਤੁਹਾਡਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਵਿੱਚ ਇਨਕਲੂਡ ਹੋਏਗਾ। ਠੀਕ ਹੈ, ਜਦੋਂ ਤੱਕ ਤੁਹਾਡੀ ਐਪਲੀਕੇਸ਼ਨ ਜਿਹੜੀ 15 ਸੈਪਟੈਂਬਰ ਤੋਂ ਪਹਿਲਾਂ ਜੇਕਰ IRCC ਦੇ ਵਿੱਚ ਤੁਸੀਂ ਸਬਮਿਟ ਕਰ ਦਿੰਦੇ ਹੋ, ਦੈਨ ਜਿਹੜਾ ਉਹ ਟਾਈਮ ਹੈਗਾ ਪੂਰੇ ਸਮੈਸਟਰ ਦਾ, ਤੁਹਾਡੀ ਪਹਿਲੇ ਦਿਨ ਤੋਂ ਕਲਾਸ ਜਦੋਂ ਲੱਗੇਗੀ ਉਦੋਂ ਤੋਂ ਹੀ ਤੁਹਾਡਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਿਹੜਾ ਹੈ ਉਹ ਸ਼ੁਰੂ ਹੋ ਜਾਏਗਾ, ਉਹਦਾ ਟਾਈਮ ਸ਼ੁਰੂ ਹੋ ਜਾਏਗਾ। ਬਟ ਸਟਿਲ ਵਟ ਆਈ ਵੁਡ ਰეკਮੈਂਡ ਇਸ ਇੱਕ ਵਾਰ DLI ਤੇ IRCC ਦੇ ਨਾਲ ਕੰਸਲਟ ਕਰਨਾ ਨਾ ਭੁੱਲੋ। ਫਿਰ ਇੱਕ ਬਹੁਤ ਵੱਡਾ ਕੁਐਸਚਨ ਹੁੰਦਾ ਕਿ ਜੇਕਰ ਸਟੱਡੀ ਵੀਜ਼ਾ ਸੈਕੰਡ ਸਟੇਜ ਦੇ ਉੱਪਰ ਆ ਕੇ ਰਿਫਿਊਜ਼ ਹੋ ਜਾਵੇ, ਕੀ ਤੁਹਾਨੂੰ ਰੀਫੰਡ ਮਿਲੇਗਾ ਜਾਂ ਨਹੀਂ ਮਿਲੇਗਾ?
IRCC ਕਹਿੰਦੀ ਹੈ ਕਿ ਉਹਦੇ ਵਿੱਚ ਉਹਨਾਂ ਦਾ ਕੋਈ ਹੱਥ ਨਹੀਂ ਹੈਗਾ, ਡਾਇਰੈਕਟ ਡਿਪੈਂਡ ਕਰਦਾ DLI ਤੇ, ਡੈਜ਼ਿਗਨੇਟਡ ਲਰਨਿੰਗ ਇੰਸਟੀਟਿਊਸ਼ਨ ਜਾਂ ਫਿਰ ਕਾਲਜ ਤੇ ਜਾਂ ਫਿਰ ਯੂਨੀਵਰਸਿਟੀ ਦੇ ਉੱਪਰ ਜਿਹਦੇ ਵਿੱਚ ਤੁਸੀਂ ਐਡਮਿਸ਼ਨ ਲਿਆ ਹੈਗਾ, ਠੀਕ ਹੈ। ਉਹਨਾਂ ਦੀ ਰੀਫੰਡ ਪਾਲਿਸੀ ਕੀ ਹੈ? ਕੁਝ ਕਾਲਜ ਇਹੋ ਜਿਹੇ ਆ ਜਿਹੜੇ ਕਹਿੰਦੇ ਆ ਕਿ ਅਸੀਂ ਫੁੱਲ ਪੇਮੈਂਟ ਜਿਹੜੀ ਹੈਗੀ ਤੁਹਾਨੂੰ ਰਿਫੰਡ ਕਰ ਦਾਂਗੇ, ਕਈ ਕਹਿੰਦੇ 10% ਕੱਟ ਕਰਕੇ ਤੁਹਾਨੂੰ ਮਿਲੇਗੀ, ਕਈ ਕਹਿੰਦੇ 20% ਕੱਟ ਕਰਕੇ ਮਿਲੇਗੀ। ਸੋ ਉਹ ਤੁਹਾਨੂੰ ਪਹਿਲਾਂ ਕਾਲਜ ਦੀ ਜਾਂ ਇੰਸਟੀਟਿਊਟ ਦੀ ਜਿਹੜੀ ਰਿਫੰਡ ਪਾਲਿਸੀ ਹੈ ਉਹਨੂੰ ਜ਼ਰੂਰ ਇੱਕ ਵਾਰੀ ਚੈੱਕ ਕਰਨਾ ਚਾਹੀਦਾ ਬਿਫੋਰ ਅਪਲਾਈਂਗ। ਜਾਂ ਫਿਰ ਜੇਕਰ ਤੁਹਾਡਾ ਵੀਜ਼ਾ ਰਿਫਿਊਜ਼ ਵੀ ਹੁੰਦਾ ਦੈਨ ਯੂ ਸ਼ੁਡ ਗੋ ਅਕੋਰਡਿੰਗ ਟੂ देयर ਰਿਫੰਡ ਪਾਲਿਸੀ। ਇਹਦੇ ਵਿੱਚ IRCC ਦਾ ਕੋਈ ਵੀ ਹੱਥ ਨਹੀਂ ਹੈਗਾ, ਠੀਕ ਹੈ। ਨੈਕਸਟ ਕਮਸ ਕਿ ਡਿਸੀਜਨ ਕਦੋਂ ਕੀਤਾ ਜਾਏਗਾ ਤੁਹਾਡੇ ਸਟੱਡੀ ਵੀਜ਼ਾ ਦੇ ਉੱਪਰ, ਤੇ ਉਹ ਸਟੱਡੀ ਵੀਜ਼ਾ ਦੇ ਉੱਪਰ ਜਿਹੜਾ ਡਿਸੀਜਨ ਹੈਗਾ ਕਿ ਤੁਹਾਨੂੰ ਮਿਲਣਾ ਜਾਂ ਨਹੀਂ ਮਿਲਣਾ, ਇਹ ਆਏਗਾ ਜਦੋਂ ਵੈਕਸ ਓਪਨ ਹੋਣਗੇ, ਵੀਜ਼ਾ ਐਪਲੀਕੇਸ਼ਨ ਸੈਂਟਰ ਓਪਨ ਹੋਣਗੇ। ਉਸ ਤੋਂ ਬਾਅਦ ਕੀ ਹੈ ਕਿ ਜਿਹੜਾ ਤੁਹਾਡਾ ਸੈਕੰਡ ਸਟੈਪ ਹੈਗਾ ਐਡਮਿਸਿਬਿਲਿਟੀ ਦਾ, ਉਹਨੂੰ ਵੈਰੀਫਾਈ ਕਰਕੇ ਫਿਰ ਹੀ ਤੁਹਾਨੂੰ ਸਟੱਡੀ ਵੀਜ਼ਾ ਅਪਰੂਵਲ ਜੇਕਰ ਹੁੰਦਾ ਤਾਂ ਉਹ ਮਿਲੇਗਾ, ਅਦਰਵਾਈਜ਼ ਰਿਫਿਊਜ਼ਲ ਆ ਜਾਏਗੀ। ਫਿਰ ਕਾਫੀ ਲੋਕ ਕੁਐਸਚਨ ਪੁੱਛਦੇ ਆ ਕਿ ਸਰ ਮੈਂ ਡੂਓਲਿੰਗੋ ਕਲੀਅਰ ਕਰ ਲਿਆ ਜੀ ਘਰੇ ਬੈਠੇ, ਜਾਂ ਆਇਲਸ ਇੰਡੀਕੇਟਰ ਟੈਸਟ ਕਲੀਅਰ ਕਰ ਲਿਆ ਤੇ ਮੈਂ ਹੁਣ ਅਪਲਾਈ ਕਰਨਾ ਚਾਹੁੰਦਾ ਤੇ ਮੇਰੇ ਕਾਲਜ ਨੇ ਵੀ ਅਸੈਪਟ ਕਰ ਲਿਆ ਹੈਗਾ, ਕਿ IRCC ਮੈਨੂੰ ਉਸ ਬੇਸ ਤੇ ਵੀਜ਼ਾ ਦੇਵੇਗਾ? ਆਨਸਰ ਇਜ਼ ਨੋ, ਨੈਵਰ। IRCC ਨੇ ਚੀਜ਼ ਕਲੀਅਰ ਕੀਤੀ ਹੈ ਕਿ ਤੁਸੀਂ ਆਇਲਸ, PTE, TOEFL, TCF ਤੇ TEF ਐਗਜ਼ਾਮ ਦੇ ਕੇ ਹੀ ਤੁਸੀਂ ਸਟੱਡੀ ਵੀਜ਼ਾ ਪ੍ਰਾਪਤ ਕਰ ਸਕਦੇ ਹੋ, ਅਦਰਵਾਈਜ਼ ਯੂ ਕੈਨ ਨਾਟ। ਜੇਕਰ ਤੁਸੀਂ ਡੂਓਲਿੰਗੋ ਦਿੱਤਾ ਟੈਸਟ ਜਾਂ ਫਿਰ ਆਇਲਸ ਇੰਡੀਕੇਟਰ ਦਿੱਤਾ ਤਾਂ ਉਹਦਾ ਜਿਹੜਾ ਵੀ ਉਹਦੀ ਲੈਂਗੁਏਜ ਰਿਕੁਆਇਰਮੈਂਟ ਹੈ ਕਿ ਕਾਲਜ ਚਾਹੇ ਅਸੈਪਟ ਕਰ ਲੇ, ਬਟ IRCC ਵਿਲ ਸਟਿਲ ਨੀਡ ਦਾ ਆਇਲਸ ਐਗਜ਼ਾਮ ਔਰ PTE ਔਰ TOEFL ਐਗਜ਼ਾਮ। ਨੈਕਸਟ ਕੁਐਸਚਨ ਕਈ ਸਟੂਡੈਂਟਸ ਨੇ ਪੁੱਛਿਆ ਹੈਗਾ, ਕਹਿੰਦੇ ਕਿ ਸਰ ਮੇਰਾ ਜੋ ਫਾਈਲ ਅਪਲਾਈ ਕੀਤੀ ਸੀ, ਸਬਮਿਟ ਕੀਤੀ ਸੀ, ਉਦੋਂ ਮੇਰਾ ਸਕੋਰ ਵੈਲਿਡ ਸੀ ਬਟ ਹੁਣ ਅੱਜ ਇਨਵੈਲਿਡ ਹੋ ਚੁੱਕਿਆ, ਤਾਂ ਕੀ ਹੁਣ ਮੈਨੂੰ ਫਿਰ ਤੋਂ ਆਇਲਸ ਦਾ ਐਗਜ਼ਾਮ ਦੇਣਾ ਪਏਗਾ? IRCC ਸੇਜ਼ ਨੋ। ਜਦੋਂ ਤੁਸੀਂ ਫਾਈਲ ਸਬਮਿਟ ਕੀਤੀ ਸੀ ਜੇਕਰ ਉਦੋਂ ਤੁਹਾਡਾ ਸਕੋਰ ਵੈਲਿਡ ਸੀਗਾ ਬਟ ਹੁਣ ਨਹੀਂ ਹੈਗਾ, then you do not have to give another exam, you do not have to take another exam of IELTS, ਕਿਉਂਕਿ ਉਹਨਾਂ ਨੇ ਜਿਹੜੀ ਸਬਮਿਟ ਡੇਟ ਆ ਉਸ ਦਿਨ ਦੇਖਣੇ ਕਿ ਤੁਹਾਡਾ ਸਕੋਰ ਉਸ ਟਾਈਮ ਵੈਲਿਡ ਸੀ ਜਾਂ ਨਹੀਂ ਸੀ। ਬਟ ਆਈ ਥਿੰਕ ਕਿ ਇਹ ਜਿਹੜਾ ਫੈਕਟਰ ਹੈਗਾ ਇਹ ਬਹੁਤ ਘੱਟ ਪਰਸੈਂਟੇਜ ਸਟੂਡੈਂਟਸ ਦੇ ਉੱਪਰ ਰਹੇਗਾ, ਠੀਕ ਹੈ। ਸੋ ਨੈਕਸਟ ਇਜ਼ PTE ਨੂੰ ਲੈ ਕੇ IRCC ਨੇ ਐਕਸਪਲੇਨ ਕੀਤਾ ਹੈਗਾ, ਉਹ ਕਹਿੰਦੇ ਹੈ ਕਿ ਜੇਕਰ ਤੁਸੀਂ PTE ਕੀਤੀ ਹੋਈ ਹੈ ਦੈਨ ਇਟਸ ਓਕੇ, ਨੋ ਪ੍ਰੋਬਲਮ, ਵੀ ਵਿਲ ਅਸੈਪਟ ਇਟ, ਬਟ IRCC ਦਾ PTE ਪੋਰਟਲ ਹੈ, ਉਹਦੇ ਉੱਪਰ ਹੀ ਤੁਸੀਂ ਇਸ ਚੀਜ਼ ਨੂੰ ਸਬਮਿਟ ਕਰਨਾ ਹੈ, ਆਪਦੇ ਲੈਂਗੁਏਜ ਕੋਰਸ ਨੂੰ ਸਬਮਿਟ ਕਰਨਾ ਹੈਗਾ। ਨੈਕਸਟ ਕੁਐਸਚਨ ਇਜ਼ ਕਿ ਮੇਰੀ ਐਪਲੀਕੇਸ਼ਨ ਹਲੇ ਪੈਂਡਿੰਗ ਪਈ ਆ ਤੇ ਕੋਈ ਹਜੇ AIP ਨਹੀਂ ਆਇਆ ਤੇ ਮੈਂ ਡੈਫਰ ਕਰਨਾ ਚਾਹੁੰਦਾ, ਤੇ ਮੈਂ ਕੀ ਕਰਾਂ? ਤਾਂ ਉਹਦੇ ਵਿੱਚ ਲਈ ਆਨਸਰ ਕੀ IRCC ਇਹ ਦਿੰਦੀ ਹੈ ਕਿ ਤੁਸੀਂ ਡੈਫਰ ਕਰ ਸਕਦੇ ਹੋ, ਬਟ ਤੁਹਾਨੂੰ ਇੱਕ ਨਿਊ LOA ਲੈ ਕੇ ਜਲਦੀ ਤੋਂ ਜਲਦੀ ਸਬਮਿਟ ਕਰਨਾ ਹੋਏਗਾ। LOA ਮੀਨਸ ਲੈਟਰ ਆਫ ਅਸੈਪਟੈਂਸ, ਕਿ ਤੁਹਾਡਾ ਜਿਹੜਾ ਕਾਲਜ ਆ, ਕੋਰਸ ਆ, ਉਹ ਹੁਣ ਚੇਂਜ ਹੋ ਚੁੱਕਿਆ, ਤਾਂ ਉਹ LOA ਜਿਹੜਾ ਨਿਊ ਹੈ ਉਹ ਸਬਮਿਟ ਕਰਨਾ ਪਏਗਾ ਤੁਰੰਤ AIP ਆਉਣ ਤੋਂ ਪਹਿਲਾਂ। ਨੈਕਸਟ ਇਜ਼ ਕਿ ਮੇਰਾ AIP ਆ ਚੁੱਕਿਆ ਹੈਗਾ ਜਾਂ ਮੇਰਾ ਵੀਜ਼ਾ ਆ ਚੁੱਕਿਆ ਤੇ ਮੈਂ ਡੈਫਰ ਕਰਨਾ ਚਾਹੁੰਦਾ ਤੇ ਮੈਂ ਆਪਦਾ ਵੀਜ਼ਾ ਐਕਸਟੈਂਡ ਕਰਨਾ, ਕਿਉਂਕਿ ਮੇਰਾ ਵੀਜ਼ਾ ਖਤਮ ਹੋ ਰਿਹਾ ਹੈਗਾ। ਜਸਟ ਟੂ ਸੇ ਕਿ ਮਾਰਚ ਦੇ ਵਿੱਚ ਅਪਲਾਈ ਕੀਤਾ ਸੀ, ਮੇਰਾ ਵੀਜ਼ਾ ਮਾਰਚ ਦੇ ਵਿੱਚ ਆ ਚੁੱਕਿਆ ਸੀ, ਬਟ ਹੁਣ ਮਾਰਚ 2021 ਦੇ ਵਿੱਚ ਉਹ ਐਕਸਪਾਇਰ ਹੋ ਰਿਹਾ ਤੇ ਮੈਂ ਡੈਫਰ ਕਰਕੇ ਜੈਨ ਇਨਟੇਕ ਦੇ ਵਿੱਚ ਚਲਾ ਗਿਆ, ਤਾਂ ਮੈਨੂੰ ਐਕਸਟੈਂਡ ਕਰਨ ਦੇ ਲਈ ਕੀ ਕਰਨਾ ਪਏਗਾ? ਸੋ IRCC ਨੇ ਵੈਰੀ ਕਲੀਅਰਲੀ ਇਹ ਦੱਸਿਆ ਕਿ ਸਟੱਡੀ ਪਰਮਿਟ ਐਕਸਟੈਂਸ਼ਨ ਜਿਹੜੀ ਹੈ ਉਹ ਤੁਹਾਨੂੰ ਕੈਨੇਡਾ ਦੇ ਇਨਸਾਈਡ ਹੀ ਮਿਲ ਸਕਦੀ ਹੈ। ਜੇ ਤੁਸੀਂ ਕੈਨੇਡਾ ਤੋਂ ਬਾਹਰ ਹੋ ਤਾਂ ਤੁਹਾਨੂੰ ਫਰੈਸ਼ ਵੀਜ਼ਾ, ਸਟੱਡੀ ਵੀਜ਼ਾ ਜੋ ਹੈ ਉਹ ਅਪਲਾਈ ਕਰਨਾ ਪਏਗਾ। ਕੈਨੇਡਾ ਤੋਂ ਬਾਹਰ ਬੈਠੇ ਸਟੱਡੀ ਪਰਮਿਟ ਐਕਸਟੈਂਸ਼ਨ ਦੀ ਲਈ ਅਪਲਾਈ ਕਰ ਸਕਦੇ ਹੋ? ਨੋ। ਜੇਕਰ ਤੁਸੀਂ ਕੈਨੇਡਾ ਦੇ ਵਿੱਚ ਹੋ ਓਨਲੀ ਦੈਨ ਯੂ ਕੈਨ ਅਪਲਾਈ ਫॉर the study permit extension, otherwise ਤੁਹਾਨੂੰ fresh visa ਜੋ ਹੈ ਉਹ ਅਪਲਾਈ ਕਰਨਾ ਪਏਗਾ। ਬਹੁਤ ਸਾਰੇ ਸਟੂਡੈਂਟਸ ਦੇ ਇਹ ਕੁਐਸਚਨ ਆ ਰਹੇ ਹੈ ਕਿ ਸਰ AIP ਸਾਨੂੰ ਅਪਰੂਵਲ ਮਿਲ ਚੁੱਕਿਆ ਹੈ ਬਟ we want to defer our course, what should we do? ਤਾਂ IRCC ਨੇ ਇੱਥੇ ਬਹੁਤ ਗੱਲ ਕਲੀਅਰ ਕੀਤੀ ਹੋਈ ਹੈ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ। LOA ਨਿਊ ਲੈ ਕੇ ਆਪਦੇ DLI ਤੋਂ ਤੁਰੰਤ ਸਬਮਿਟ ਕਰਨਾ ਪਏਗਾ, ਠੀਕ ਹੈ। ਬਟ ਜੇ ਉਹ ਤਾਂ ਹੀ ਵੈਲਿਡ ਹੈ ਜੇਕਰ ਤੁਸੀਂ ਸੇਮ DLI ਤੋਂ ਪਲੱਸ ਸੇਮ ਕੋਰਸ ਲੈ ਕੇ ਕਰ ਰਹੇ ਹੋ। ਜੇਕਰ ਤੁਸੀਂ ਕੋਰਸ ਚੇਂਜ ਕਰ ਲਿਆ ਜਾਂ DLI ਚੇਂਜ ਕਰ ਲਿਆ ਤਾਂ ਜੋ ਵੀਜ਼ਾ ਆਫੀਸਰ ਆ ਉਹ ਤੁਹਾਡੇ AIP ਦੇ ਉੱਪਰ ਫਿਰ ਤੋਂ ਡਿਸੀਜਨ ਲਵੇਗਾ, ਉਹ ਫਿਰ ਤੋਂ ਰੀਅਸੈਸ ਕਰੇਗਾ। ਕੁਝ ਸਟੂਡੈਂਟ ਦਾ ਕੁਐਸਚਨ ਆਇਆ ਸੀਗਾ ਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਰਿਗਾਰਡਿੰਗ ਕਿ ਉਹਨਾਂ ਨੇ 50% ਕੋਰਸ ਜਿਹੜਾ ਹੈਗਾ ਉਹ ਕੰਪਲੀਟ ਆਲਰੇਡੀ ਉਹ ਕਰ ਚੁੱਕੇ ਆ ਬਿਕੋਜ਼ ਅਪ੍ਰੈਲ ਦੇ ਵਿੱਚ ਸਟਾਰਟ ਹੋਇਆ ਸੀ, ਠੀਕ ਹੈ। ਐਂਡ ਹੁਣ ਉਹਨਾਂ ਨੂੰ ਕੀ ਕਰਨਾ ਚਾਹੀਦਾ ਕਿ ਉਹ
ਕੰਟੀਨਿਊ ਕਰਨ ਜਾਂ ਡੈਫਰ ਕਰਨ। ਤਾਂ ਉਹਦੇ ਵਿੱਚ IRCC ਨੇ ਗੱਲ ਕਲੀਅਰ ਕੀਤੀ ਹੈ ਕਿ ਜੇਕਰ ਤੁਸੀਂ ਕੰਟੀਨਿਊ ਕਰ ਰਹੇ ਹੋ ਤੇ ਸਾਰਾ ਕੋਰਸ ਜਿਹੜਾ ਹੈ ਉਹ ਤੁਹਾਡਾ ਆਨਲਾਈਨ ਹੋ ਰਿਹਾ, then you will not get the postgraduate work permit unless ਜਿਹੜੀ ਪਰਸੋਂ ਨਵੀਂ ਗਾਈਡਲਾਈਨਸ ਆਈਆਂ ਸੀਗੀਆਂ ਜਾਂ ਜਿਹਦੇ ਬਾਰੇ ਮੈਂ ਕੱਲ ਵੀਡੀਓ ਅਪਲੋਡ ਕੀਤੀ, ਜਿਹੜੀ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਜੇਕਰ ਤੁਹਾਡਾ ਕੋਰਸ 8 ਮੰਥ ਤੋਂ ਲੈ ਕੇ 12 ਮੰਥ ਤੱਕ ਦਾ ਹੈਗਾ ਤਾਂ ਤੁਸੀਂ ਉਹ ਸਾਰਾ ਕੋਰਸ ਆਨਲਾਈਨ ਤੁਸੀਂ ਕਰ ਸਕਦੇ ਹੋ। ਐਂਡ ਦੈਨ ਜਿਹੜਾ ਟੋਟਲ ਤੁਹਾਡਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਉਹਦੇ ਉੱਪਰ ਤੁਹਾਡੇ ਕੋਈ ਵੀ ਇਫੈਕਟ ਨਹੀਂ ਪੈਣਾ, ਤੁਸੀਂ ਸਾਰਾ ਕੋਰਸ ਆਨਲਾਈਨ ਕਰ ਸਕਦੇ ਹੋ। Remember, the length of the course is 8 months to 12 months. And if you defer, ਜੇ ਤੁਸੀਂ defer ਕਰਦੇ ਹੋ, then ਜਿਹੜਾ ਤੁਹਾਡਾ ਕੋਰਸ ਲੈਂਥ ਉਹ 50% ਆਨਲਾਈਨ ਜੇਕਰ ਹੋ ਚੁੱਕੀ ਹੈ ਤਾਂ defer ਕਰਨ ਤੋਂ ਬਾਅਦ 50% ਤੁਸੀਂ ਕੈਨੇਡਾ ਜਾ ਕੇ ਕਰੋਗੇ। and then the post graduate work permit ਦੀ ਜਿਹੜੀ ਲੈਂਥ ਹੈ ਉਹਦੇ ਉੱਪਰ ਕੋਈ ਵੀ ਇਫੈਕਟ ਨਹੀਂ ਪੈਣਾ। ਨੈਕਸਟ ਕੁਐਸਚਨ ਆਇਆ ਸੀਗਾ ਕਿ ਕੀ ਸਾਡਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਜੋ ਹੈ ਉਹ ਅਪਲਾਈ ਹੋਏਗਾ, ਬਿਕੋਜ਼ ਹਾਲੇ ਤੱਕ ਸਾਡਾ AIP ਨਹੀਂ ਆਇਆ ਤੇ ਸਾਡੀ ਕਲਾਸਿਸ ਜੋ ਹੈ ਉਹ ਸ਼ੁਰੂ ਹੋਣ ਵਾਲੀਆਂ ਨੇ। ਤਾਂ IRCC ਨੇ ਗੱਲ ਕਲੀਅਰ ਕੀਤੀ ਹੈ ਕਿ ਜੇਕਰ ਤੁਹਾਡਾ AIP ਨਹੀਂ ਆਇਆ ਐਂਡ ਤੁਹਾਡੀ ਕਲਾਸਿਸ ਸ਼ੁਰੂ ਹੋ ਰਹੀਆਂ ਨੇ, ਤੁਸੀਂ ਆਨਲਾਈਨ ਕਲਾਸਿਸ ਲਗਾਉਣਾ ਚਾਹੁੰਦੇ ਹੋ, then you can do। ਤੇ ਜੇਕਰ AIP ਬਾਅਦ ਵਿੱਚ ਆਉਂਦਾ ਤਾਂ ਵੀ ਤੁਹਾਡੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਉੱਪਰ ਕੋਈ ਵੀ ਇਫੈਕਟ ਨਹੀਂ ਪੈਣਾ, unless ਬਾਅਦ ਵਿੱਚ ਤੁਹਾਨੂੰ ਪੂਰਾ ਸਟੱਡੀ ਵੀਜ਼ਾ ਮਿਲਿਆ ਹੋਏਗਾ। ਤਾਂ ਜੇਕਰ ਤੁਹਾਨੂੰ ਸਟੱਡੀ ਵੀਜ਼ਾ ਮਿਲੇਗਾ ਫਿਰ ਹੀ ਤੁਸੀਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਹੋ। ਜੇਕਰ ਤੁਸੀਂ 50% ਜਾਂ ਕੋਈ ਵੀ ਪਰਸੈਂਟੇਜ ਆਫ ਸਟੱਡੀ ਤੁਸੀਂ ਆਨਲਾਈਨ ਕੀਤੀ ਆ ਤੇ ਸੈਕੰਡ ਸਟੇਜ ਤੇ ਆ ਕੇ ਤੁਹਾਡਾ ਵੀਜ਼ਾ ਜੇਕਰ ਰਿਫਿਊਜ਼ ਹੁੰਦਾ ਹੈਗਾ, ਯੂ ਵਿਲ ਨਾਟ ਗੈਟ ਐਨੀ ਕਾਈਂਡ ਆਫ ਪੋਸਟ ਗ੍ਰੈਜੂਏਟ ਵਰਕ ਪਰਮਿਟ। ਨੈਕਸਟ ਕੁਐਸਚਨ ਆਇਆ ਸੀਗਾ ਕਿ ਕਈ ਸਟੂਡੈਂਟ ਪੁੱਛ ਰਹੇ ਕਿ ਅਸੀਂ ਸਰ ਆਨਲਾਈਨ ਸਟੱਡੀ ਕਰਦੇ ਹਾਂ ਤੇ ਸਾਡੀ ਡਿਗਰੀ ਦੇ ਉੱਪਰ ਫਿਰ ਕੀ ਲਿਖਿਆ ਹੋਏਗਾ, ਕੀ ਆਨਲਾਈਨ ਐਜੂਕੇਸ਼ਨ ਲਿਖਿਆ ਹੋਏਗਾ ਜਾਂ ਡਿਸਟੈਂਸ ਐਜੂਕੇਸ਼ਨ ਲਿਖਿਆ ਹੋਏਗਾ। ਸੋ ਇਸ ਦੇ ਰਿਗਾਰਡਿੰਗ IRCC ਨੇ ਕੁਝ ਵੀ ਕਲੀਅਰ ਨਹੀਂ ਕੀਤਾ। ਉਹਨਾਂ ਨੇ ਸਾਰਾ ਡਿਸੀਜਨ ਇੰਸਟੀਟਿਊਸ਼ਨਸ ਦੇ ਹੱਕ 'ਚ ਹੀ ਰੱਖ ਦਿੱਤਾ। ਉਹ ਕਹਿ ਰਹੇ ਆ ਕਿ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ that is up to them, that is up to the colleges and universities। ਜੋ ਵੀ ਡਿਗਰੀ ਦੇ ਉੱਪਰ ਮੈਂਸ਼ਨ ਕਰਨਾ ਚਾਹੋਗੇ that the decision for that is totally up to them, not for the IRCC। ਉਸ ਤੋਂ ਬਾਅਦ ਹੈਗਾ ਕਿ ਇੱਕ ਸਟੂਡੈਂਟ ਨੇ ਪੁੱਛਿਆ ਸੀਗਾ ਕਿ ਸਰ ਮੈਂ ਇੰਡੀਆ ਦੇ ਵਿੱਚ ਕੰਮ ਕਰ ਰਿਹਾ ਇਸ ਟਾਈਮ ਤੇ ਮੈਂ ਆਨਲਾਈਨ ਕਲਾਸਿਸ ਅਟੈਂਡ ਕਰਨੀਆਂ ਚਾਹੁੰਦਾ ਤੇ ਕੀ ਮੇਰੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਇਨ ਫਿਊਚਰ PR ਐਪਲੀਕੇਸ਼ਨ ਦੇ ਉੱਪਰ ਇਫੈਕਟ ਪਏਗਾ ਇਫ ਮੈਂ ਇੱਥੇ ਫੁੱਲ ਟਾਈਮ ਵਰਕ ਵੀ ਕਰਾਂ ਤੇ ਫੁੱਲ ਟਾਈਮ ਮੈਂ ਆਨਲਾਈਨ ਕਲਾਸਿਸ ਵੀ ਕਰਾਂ। ਦੈਨ IRCC ਨੇ ਕਿਹਾ ਕਿ ਯੈਸ ਯੂ ਕੈਨ ਡੂ, ਬਟ ਉਹਨਾਂ ਦੀ ਜਿਹੜੀ ਮੇਨ ਪ੍ਰੈਫਰੈਂਸ ਸੀ ਉਹ ਇਹੀ ਸੀ ਕਿ ਤੁਸੀਂ ਸਟੱਡੀ ਵੱਲ ਧਿਆਨ ਦਿਓ, ਕੰਮ ਦੇ ਵਿੱਚ ਨਾ ਪਾਓ, ਬਟ that decision is up to you। next question is ਕਿ ਇੱਕ ਸਟੂਡੈਂਟ ਦੀ ਰਿਫਿਊਜ਼ਲ ਆਈ ਸੀ ਬਿਕੋਜ਼ ਕੰਸਲਟੈਂਟ ਨੇ ਉਹਦੀ ਪੂਰੀ ਐਕੂਰੇਟ ਡਿਟੇਲਸ ਨਹੀਂ ਸੀ ਐਡ ਕੀਤੀਆਂ ਐਪਲੀਕੇਸ਼ਨ ਦੇ ਵਿੱਚ। ਉਹਨੂੰ ਸੈਕਿੰਡ ਅਟੈਂਪਟ ਦੇ ਵਿੱਚ ਕੀ ਕਰਨ, ਤਾਂ ਉਹਦੇ ਲਈ ਇੱਕ IRCC ਨੇ ਬਹੁਤ ਵਧੀਆ ਗੱਲ ਕਹੀ ਹੈ ਕਿ ICCRC ਨਾਲ ਆਥੋਰਾਈਜ਼ਡ ਏਜੰਟਸ ਦੇ ਕੋਲ ਹੀ ਆਪਦੀ ਫਾਈਲ ਲਗਾਓ। ਉਸ ਦਾ ਇੱਕ ਲਿੰਕ ਜਿਹੜਾ ਹੈ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਰਿਹਾ, ਠੀਕ ਹੈ, ਕਿ ICCRC ਦੇ ਏਜੰਟਸ ਹੈਗੇ, ਆਥੋਰਾਈਜ਼ਡ ਏਜੰਟਸ ਕਿਹੜੇ ਹੈਗੇ ਤੁਸੀਂ ਉਹਨਾਂ ਕੋਲ ਹੀ ਆਪਦੀ ਫਾਈਲ ਲਗਾਓ, ਠੀਕ ਹੈ। ਅਨਆਥੋਰਾਈਜ਼ਡ ਏਜੰਟਸ ਦੇ ਕੋਲ ਤੁਸੀਂ ਨਾ ਜਾਓ ਬਿਕੋਜ਼ ਇਹਦੇ ਨਾਲ ਕੀ ਖਾਮਿਆਜ਼ਾ ਤੁਹਾਨੂੰ ਭੁਗਤਣਾ ਪੈਣਾ, ਠੀਕ ਹੈ। ਜੇਕਰ ICCRC ਦੇ ਏਜੰਟ ਗਲਤੀ ਕਰਦੇ ਆ then you still hold the chances of getting a study visa, ਠੀਕ ਹੈ। ਅਦਰਵਾਈਜ਼ ਅਨਆਥੋਰਾਈਜ਼ਡ ਏਜੰਟਸ ਦਾ ਕੁਝ ਨਹੀਂ ਪਤਾ ਹੁੰਦਾ। ਸੋ that is what I recommend ਕਿ ICCRC ਤੋਂ ਆਥੋਰਾਈਜ਼ਡ ਏਜੰਟਸ ਕੋਲ ਹੀ ਆਪਦੀ ਫਾਈਲ ਲਗਾਓ। ਨੈਕਸਟ ਕੁਐਸਚਨ ਆਇਆ ਸੀ ਇੱਕ ਸਟੂਡੈਂਟ ਦਾ ਕਿ ਫੈਮਿਲੀ ਮੈਂਬਰਸ ਦਾ ਵਿਜ਼ਿਟਰ ਵੀਜ਼ਾ ਵੀ ਸਾਡੇ ਸਟੱਡੀ ਵੀਜ਼ਾ ਦੇ ਨਾਲ ਅਸੀਂ ਲਗਾਉਣਾ ਚਾਹੁੰਦੇ ਹਾਂ, ਫੈਮਿਲੀ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹਾਂ, ਤਾਂ ਉਹਦੇ ਲਈ ਪ੍ਰੋਸੈਸਿੰਗ ਜੋ ਹੈ ਤਾਂ AIP ਆ ਚੁੱਕਿਆ ਹੈਗਾ ਤੇ ਇਨ ਫਿਊਚਰ ਜੇ ਕੋਈ ਸਟੱਡੀ ਵੀਜ਼ਾ ਆਉਂਦਾ ਹੈਗਾ ਤਾਂ ਫਿਰ ਉਹ ਨਾਲ ਜਾਣਾ ਚਾਹੁੰਦੇ ਆ ਤਾਂ ਉੱਥੇ ਕੀ ਕੁਝ ਹੋਏਗਾ। ਸੋ ਫਸਟ ਆਫ ਆਲ IRCC ਨੇ ਇੱਕ ਚੀਜ਼ ਕਲੀਅਰ ਕੀਤੀ ਹੈ ਕਿ ਜੇਕਰ ਤੁਹਾਡਾ ਸਟੱਡੀ ਵੀਜ਼ਾ ਅਪਰੂਵਲ ਹੁੰਦਾ, ਸਭ ਤੋਂ ਪਹਿਲਾਂ ਕਿ ਜੇ ਤੁਸੀਂ ਫਾਈਲ ਸਬਮਿਟ ਕਰਦੇ ਹੋ ਤਾਂ ਉਹਦੀ ਫੈਮਿਲੀ ਬੈਕਗ੍ਰਾਉਂਡ ਬਾਰੇ ਵੀ ਤੁਸੀਂ ਨਾਲ ਹੀ ਅਟੈਚ ਕਰੋ ਸਾਰੀ ਇਨਫੋਰਮੇਸ਼ਨ ਕਿ ਉਹ ਨਾਲ ਜਾਣਾ ਚਾਹੁੰਦੇ ਆ ਕਿ ਨਹੀਂ ਚਾਹੁੰਦੇ, ਚਾਹੇ ਤੁਹਾਡੇ ਫੈਮਿਲੀ ਮੈਂਬਰਸ ਪੇਰੈਂਟਸ ਆ ਜਾਂ ਸਪਾਊਸ ਹੈ, ਠੀਕ ਹੈ। ਤਾਂ ਸਪਾਊਸ ਦਾ ਵੀ ਜੇਕਰ ਉਹ ਨਾਲ ਜਾ ਰਹੇ ਹੈਗੇ ਆ ਤਾਂ ਫਿਰ ਉਹਨਾਂ ਨੂੰ ਵਰਕ ਪਰਮਿਟ ਮਿਲਣਾ ਨਾ ਮਿਲਣਾ ਇਸ ਬਾਰੇ IRCC ਨੇ ਕੁਝ ਵੀ ਕਲੀਅਰ ਨਹੀਂ ਕੀਤਾ। ਸੋ ਉਹਨਾਂ ਨੇ ਇਹ ਗੱਲ ਕਹੀ ਕਿ ਸ਼ਾਇਦ ਮਿਲੇ ਸ਼ਾਇਦ ਨਾ ਮਿਲੇ, ਠੀਕ ਹੈ। ਤਾਂ ਉਹਨਾਂ ਨੂੰ ਤੁਸੀਂ ਸਪੋਰਟ ਕਿਵੇਂ ਕਰੋਗੇ? ਸੋ ਇਸ ਚੀਜ਼ ਨੂੰ ਬਾਰੇ ਤੁਹਾਨੂੰ ਜ਼ਰੂਰ ਪੁੱਛਿਆ ਜਾਏਗਾ। ਜੇਕਰ ਤੁਹਾਡੇ ਫੈਮਿਲੀ ਮੈਂਬਰਸ ਤੁਹਾਡੇ ਨਾਲ ਜਾ ਰਹੇ ਆ ਤੁਸੀਂ ਉਹਨਾਂ ਦਾ ਖਰਚਾ ਕਿਵੇਂ ਚੁੱਕੋਗੇ, ਕਿਉਂਕਿ ਪਾਰਟ ਟਾਈਮ ਜੌਬ ਦੇ ਨਾਲ ਤੁਹਾਡਾ ਆਪਦਾ ਹੀ ਖਰਚਾ ਨਿਕਲਣਾ ਮਸਾਂ, ਤਾਂ ਤੁਹਾਡੇ ਫੈਮਿਲੀ ਮੈਂਬਰ ਦਾ ਖਰਚਾ ਤੁਸੀਂ ਕਿਸ ਤਰ੍ਹਾਂ ਚੁੱਕ ਸਕੋਗੇ। ਸੋ ਉਹ ਚੀਜ਼ ਕਲੀਅਰ ਕਰਨੀ ਪਏਗੀ।
CBSA ਕੋਲ ਜਿਹੜਾ ਵੀ ਕੈਨੇਡਾ ਬਾਰਡਰ ਸਿਕਿਉਰਿਟੀ ਏਜੰਸੀ ਹੈਗੀ ਆ, ਉਹਦੇ ਜਿਹੜੇ ਆਫੀਸਰਸ ਆ ਤੁਹਾਨੂੰ ਕੁਐਸਚਨ ਜ਼ਰੂਰ ਪੁੱਛਣਗੇ ਜੇਕਰ ਤੁਹਾਡੇ ਫੈਮਿਲੀ ਮੈਂਬਰਸ ਕੋਈ ਤੁਹਾਡੇ ਸਪਾਊਸ ਨਾਲ ਜਾਂਦੇ ਹੈਗੇ ਆ ਕਿ ਤੁਸੀਂ ਉਹਨਾਂ ਦਾ ਖਰਚਾ ਕਿਸ ਤਰ੍ਹਾਂ ਚੁੱਕੋਗੇ। ਸੋ ਉਹ ਚੀਜ਼ ਨੂੰ ਤੁਹਾਨੂੰ ਕਲੀਅਰ ਕਰਨਾ ਪਏਗਾ, ਨਹੀਂ ਤਾਂ ਫਿਰ ਉਹ ਤੁਹਾਡੇ ਫੈਮਿਲੀ ਮੈਂਬਰਸ ਨੂੰ ਵਾਪਸ ਭੇਜਿਆ ਜਾ ਸਕਦਾ। ਸੋ ਉਹ ਚੀਜ਼ ਨੂੰ ਤੁਸੀਂ ਜ਼ਰੂਰ ਲੈ ਕੇ ਚੱਲੋ ਕਿ ਤੁਸੀਂ ਉਹਨਾਂ ਦਾ ਖਰਚਾ ਕਿਵੇਂ ਚੁੱਕੋਗੇ। ਠੀਕ ਹੈ, ਤੁਹਾਡੇ ਕੋਲ ਸਰੋਤ ਹੈਗੇ ਆ ਤੁਹਾਡੇ ਹੋਮ ਕੰਟਰੀ ਦੇ ਵਿੱਚ, ਜਾਂ ਤੁਹਾਨੂੰ ਰੈਂਟਲ ਇਨਕਮ ਆਉਂਦੀ ਹੈ ਇੰਨੀ ਕੁ ਆਉਂਦੀ ਹੈ ਕਿ ਤੁਸੀਂ ਉਹਨਾਂ ਦੇ ਖਰਚੇ ਨੂੰ ਚੱਕ ਸਕੋਗੇ। ਤਾਂ ਉਸ ਚੀਜ਼ ਦੇ ਰਿਗਾਰਡਿੰਗ ਜੋ ਫੰਡਸ ਕਿੰਨੇ ਸ਼ੋ ਕਰਨੇ ਹੁੰਦੇ ਹੈਗੇ ਜਾਂ ਕਿੰਨੇ ਫੰਡਸ ਚਾਹੀਦੇ ਹੁੰਦੇ ਆ ਹਰ ਸਾਲ, ਉਹਦਾ ਜੋ ਲਿੰਕ ਆ ਉਹ ਵੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਮਿਲ ਜਾਏਗਾ। ਸੋ ਇੱਕ ਸਟੂਡੈਂਟ ਕਹਿ ਰਿਹਾ ਸੀਗਾ ਕਿ ਸਰ ਸਾਡਾ AIP ਲੈਟਰ ਕਿੱਥੇ ਆਏਗਾ। ਸੋ ਆਲਰੇਡੀ ਦੱਸ ਚੁੱਕਿਆ ਹੈਗਾ ਕਿ ਜਿਹੜਾ ਤੁਹਾਡਾ AIP ਲੈਟਰ ਆ ਉਹ ਜਾਂ ਤਾਂ ਫਿਰ MyCIC ਅਕਾਊਂਟ ਦੇ ਵਿੱਚ ਆਏਗਾ, ਜਾਂ ਫਿਰ ਤੁਹਾਡਾ ਤੁਸੀਂ ਜੋ ਈਮੇਲ ਪਾਇਆ ਹੈਗਾ ਉਹਦੇ ਵੀਜ਼ਾ ਐਪਲੀਕੇਸ਼ਨ ਫਾਰਮ ਦੇ ਵਿੱਚ, ਉਹ ਜੋ ਵੀ ਈਮੇਲ ਪਾਇਆ, ਚਾਹੇ ਤੁਹਾਡਾ ਆਪਦਾ ਚਾਹੇ ਤੁਹਾਡੇ ਕੰਸਲਟੈਂਟ ਨੇ ਤੁਹਾਡੀ ਫਾਈਲ ਸਬਮਿਟ ਕੀਤੀ ਸੀ ਤੇ ਉਹਨੇ ਆਪਦਾ ਈਮੇਲ ਪਾਇਆ ਸੀ, ਉਹਦੇ ਵਿੱਚ ਹੀ ਜਿਹੜਾ ਤੁਹਾਡਾ AIP ਆ ਉਹ ਆਏਗਾ। ਨੈਕਸਟ ਕੁਐਸਚਨ ਇਹ ਹੈ ਕਿ ਜਿਨ੍ਹਾਂ ਦਾ ਵੀਜ਼ਾ 18 ਮਾਰਚ ਤੋਂ ਪਹਿਲਾਂ ਆ ਚੁੱਕਿਆ ਤੇ ਜਨਵਰੀ ਤੱਕ ਉਹਨਾਂ ਨੇ ਡੈਫਰ ਕਰ ਲਿਆ ਜਨਵਰੀ 2021 ਇਨਟੇਕ ਦੇ ਲਈ, ਜਨਵਰੀ 2021 ਇਨਟੇਕ ਦੇ ਲਈ। ਸੋ ਉਹਨਾਂ ਦੇ ਲਈ ਹੁਣ ਕੀ ਪ੍ਰੋਸੈਸ ਆ, ਤਾਂ ਉਹੀ ਗੱਲ ਪਹਿਲਾਂ ਵਾਲੀ ਜੋ ਮੈਂ ਦੱਸੀ ਹੈ ਕਿ IRCC ਨੇ ਇੱਕ ਗੱਲ ਕਲੀਅਰ ਕਰਤੀ ਹੈ ਕਿ ਜੇਕਰ ਤੁਸੀਂ ਸਟੱਡੀ ਪਰਮਿਟ ਐਕਸਟੈਂਡ ਕਰਵਾਉਣਾ ਦੈਨ ਯੂ ਮਸਟ ਬੀ ਇਨਸਾਈਡ ਕੈਨੇਡਾ, ਨਾਟ ਆਊਟਸਾਈਡ ਕੈਨੇਡਾ। ਜੇ ਤੁਸੀਂ ਆਊਟਸਾਈਡ ਕੈਨੇਡਾ ਹੈਗੇ ਹੋ then you should apply for a fresh visa or new study visa. Next ਹੈ ਕਿ ਅਸੀਂ ਸਾਰੇ ਡਾਕੂਮੈਂਟ ਸਬਮਿਟ ਕਰ ਚੁੱਕੇ ਹਾਂ, BCC, ਬਾਇਓਮੈਟ੍ਰਿਕ, ਮੈਡੀਕਲ ਤੇ ਸਾਰਾ ਡਾਕੂਮੈਂਟ ਸਾਡੇ ਕੋਲ ਹੈਗੇ ਆ। ਤੇ ਕੀ ਸਟਿਲ ਸਾਨੂੰ 2 ਸਟੈਪ ਵੀਜ਼ਾ ਪ੍ਰੋਸੈਸ ਦੇ ਵਿੱਚੋਂ ਲੰਘਣਾ ਪਏਗਾ? ਸੋ ਆਨਸਰ ਇਜ਼ ਯੈਸ। ਸੈਪਟੈਂਬਰ 2020 ਤੱਕ ਤਾਂ ਇਹ ਸਾਰੀ ਪ੍ਰੋਸੈਸ ਜਿਹੜੀ ਹੈਗੀ ਆ ਉਹ 2 ਸਟੈਪ ਹੀ ਰਹਿਣ ਵਾਲੀ ਹੈ। ਬਟ in Jan 2021 ਇਨਟੇਕ ਦੇ ਲਈ ਇਹ ਹੋਪ ਕੀਤਾ ਜਾ ਰਿਹਾ ਹੈ ਕਿ ਵੈਕਸ ਓਪਨ ਹੋ ਜਾਣਗੇ ਐਂਡ ਵਾਂਸ ਜਦੋਂ ਵੀਜ਼ਾ ਐਪਲੀਕੇਸ਼ਨ ਸੈਂਟਰ ਓਪਨ ਹੋਣਗੇ ਉਸ ਦਿਨ ਤੋਂ ਕੀ ਆ ਜਿਹੜੀ ਐਪਲੀਕੇਸ਼ਨਸ ਉਹ ਜਿਵੇਂ ਪਹਿਲਾਂ ਹੁੰਦੀਆਂ ਸੀਗੀਆਂ ਕੋਰੋਨਾ ਵਾਇਰਸ ਟਾਈਮ ਤੋਂ ਪਹਿਲਾਂ, ਉਦੋਂ ਉਸੇ ਤਰ੍ਹਾਂ ਹੀ ਚੱਲਣਗੀਆਂ। ਇੱਕ ਲਾਸਟ ਕੁਐਸਚਨ ਹੈ ਕਿ ਜੇਕਰ AIP ਰਿਸੀਵ ਕਰਨ ਤੋਂ ਬਾਅਦ ਜੇਕਰ ਮੈਂ ਆਨਲਾਈਨ ਕਲਾਸਿਸ ਨਹੀਂ ਲਗਾਉਂਦਾ ਤੇ ਕੀ ਉਸ ਚੀਜ਼ ਦਾ ਮੇਰਾ ਸੈਕੰਡ ਸਟੇਜ ਅਪਰੂਵਲ ਦੇ ਐਡਮਿਸਿਬਿਲਿਟੀ ਵਾਲੀ ਸਟੇਜ ਦੇ ਉੱਪਰ ਕੋਈ ਇਫੈਕਟ ਪਏਗਾ? ਜੇਕਰ ਤੁਸੀਂ ਡੈਫਰ ਕਰ ਲਿਆ ਹੈਗਾ ਤੇ ਤੁਹਾਡਾ ਜਿਹੜਾ ਕੋਰਸ ਉਹ ਸੇਮ ਆ, ਤੁਹਾਡਾ ਜਿਹੜਾ DLI ਆ ਉਹ ਸੇਮ ਹੈ, then there would be no effect on your second stage. ਅਦਰਵਾਈਜ਼ ਜੇਕਰ ਤੁਹਾਡਾ ਕੋਰਸ ਚੇਂਜ ਹੋ ਗਿਆ ਜਾਂ ਫਿਰ ਤੁਸੀਂ ਦਾ DLI ਚੇਂਜ ਕਰ ਲਿਆ then ਜੋ ਵੀਜ਼ਾ ਆਫੀਸਰ ਆ ਉਹ ਤੁਹਾਡੀ ਐਲੀਜੀਬਿਲਿਟੀ ਦੇ ਉੱਪਰ ਸਵਾਲ ਚੱਕ ਸਕਦਾ ਹੈ ਜਾਂ ਫਿਰ ਤੁਹਾਨੂੰ ਇਹ ਕਹਿ ਸਕਦਾ ਤੁਸੀਂ ਨਿਊ AIP ਲਈ ਅਪਲਾਈ ਕਰੋ। ਸੋ ਇਹ ਸੀਗੇ ਸਾਰੇ ਕੁਐਸਚਨਸ ਤੇ ਜੇਕਰ ਤੁਹਾਡਾ ਕੋਈ ਡਾਊਟ ਹੋਵੇ ਤੁਸੀਂ ਪਲੀਜ਼ ਕਮੈਂਟਸ ਦੇ ਵਿੱਚ ਐਡ ਕਰ ਸਕਦੇ ਹੋ ਐਂਡ ਆਈ ਵਿਲ ਡੈਫੀਨਿਟਲੀ reply back to you. And please follow me on my social media platforms on Facebook, Instagram, Twitter, ਕਿਉਂਕਿ ਮੇਰੇ ਬਹੁਤ ਸਾਰੇ ਜਿਹੜੇ ਫਸਟ ਅਪਡੇਟਸ ਹੈਗੇ ਉਹ Instagram ਤੇ ਹੁੰਦੇ, so I would really hope ਕਿ ਤੁਸੀਂ ਮੈਨੂੰ Instagram ਦੇ ਉੱਪਰ ਫੋਲੋ ਕਰੋ। ਕੋਈ ਕੁਐਸਚਨ ਹੋਵੇ you can directly DM or you can WhatsApp me at 816-894-0955 816-894-0955. Okay, this is my WhatsApp number. You can WhatsApp me at any time.